ਨੈਕਸਟ ਦੇ ਵਿੱਚ ਹੈ ਹੀ ਪ੍ਰਪੇਅਰਸ ਦ ਵੇਰੀਅਸ ਡਾਕੂਮੈਂਟਸ ਵਿਚ ਆਰ ਨੈਸੈਸਰੀ ਟੂ ਫਾਈਲ ਵਿਦ ਰਜਿਸਟਰਾਰ ਫॉर ਗੈਟਿੰਗ द ਕੰਪਨੀ ਰਜਿਸਟਰਡ। ਇਸ ਤੋਂ ਇਲਾਵਾ ਉਹ ਕਾਫੀ ਸਾਰੇ ਡਾਕੂਮੈਂਟਸ ਵੀ ਪ੍ਰਪੇਅਰ ਕਰਦਾ ਵਾ, ਠੀਕ ਆ, ਜਿਹੜੇ ਕਿ ਉਹਨੇ ਰਜਿਸਟਰਾਰ ਦੇ ਕੋਲ ਜਮ੍ਹਾਂ ਕਰਾਉਣੇ ਹੁੰਦੇ ਆ ਤਾਂ ਕਿ ਉਹਦੀ ਕੰਪਨੀ ਰਜਿਸਟਰ ਹੋ ਸਕੇ। 8th ਪੁਆਇੰਟ ਹੈ ਕਿ ਹੀ ਆਲਸੋ ਗੈਟਸ ਦਾ ਸਰਟੀਫਿਕੇਟ ਆਫ ਇਨਕੋਰਪੋਰੇਸ਼ਨ ਫਰੋਮ ਦਾ ਰਜਿਸਟਰਾਰ ਆਫ ਦਾ ਕੰਪਨੀਜ਼। ਇਸ ਤੋਂ ਇਲਾਵਾ ਫਿਰ ਉਹ ਜਿਹੜਾ ਰਜਿਸਟਰਾਰ ਆ ਉਹ ਤੋਂ ਸਰਟੀਫਿਕੇਟ ਵੀ ਲੈਂਦਾ ਇਨਕੋਰਪੋਰੇਸ਼ਨ ਦਾ। ਸੋ ਇਹ ਸਾਰੇ ਕੁਛ ਫੰਕਸ਼ਨਸ ਨੇ, ਫੰਕਸ਼ਨ ਹੁੰਦੇ ਕੰਮ ਜਿਹੜੇ ਇੱਕ ਪ੍ਰਮੋਟਰ ਪਰਫੋਰਮ ਕਰਦਾ। ਨੈਕਸਟ ਹੈ ਆਪਣੇ ਕੋਲੇ ਕਾइंड्स ऑफ ਪ੍ਰਮੋਟਰ। ਪ੍ਰਮੋਟਰ ਕਿੰਨੇ ਤਰ੍ਹਾਂ ਦੇ ਹੁੰਦੇ ਆ? ਪਹਿਲੇ ਹੁੰਦੇ ਆ ਪ੍ਰੋਫੈਸ਼ਨਲ ਪ੍ਰਮੋਟਰਸ। ਪ੍ਰੋਫੈਸ਼ਨਲ ਪ੍ਰਮੋਟਰਸ ਆਰ ਦੋਜ਼ ਪਰਸਨਸ ਹੂ ਆਰ ਸਪੈਸ਼ਲਾਈਜ਼ਡ ਇਨ ਪ੍ਰਮੋਸ਼ਨ ਆਫ ਕੰਪਨੀਜ਼। these promoters hand over the companies to the shareholders or members when the company or the business is started। ਪ੍ਰੋਫੈਸ਼ਨਲ ਪ੍ਰਮੋਟਰ ਉਹ ਹੁੰਦੇ ਨੇ ਜਿਹੜੇ ਕਿ ਕਿਸੇ ਕੰਪਨੀ ਨੂੰ ਸ਼ੁਰੂ ਕਰਨ ਦੇ ਵਿੱਚ ਜਾਂ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਵਿੱਚ ਸਪੈਸ਼ਲਿਸਟ ਹੁੰਦੇ ਆ। ਇਹ ਕੀ ਕਰਦੇ ਆ? ਕੰਪਨੀ ਨੂੰ ਪਹਿਲਾਂ ਸਟਾਰਟ ਕਰ ਦਿੰਦੇ ਆ, ਸਟਾਰਟ ਕਰਕੇ ਫਿਰ ਸ਼ੇਅਰ ਹੋਲਡਰਸ ਨੂੰ ਸੌਂਪ ਦਿੰਦੇ ਆ, ਮਤਲਬ ਜਾਂ ਉਹਦੇ ਮੈਂਬਰਸ ਨੂੰ ਦੇ ਦਿੰਦੇ ਆ ਬਿਜ਼ਨਸ ਨੂੰ ਸ਼ੁਰੂ ਕਰਕੇ। For example, in England, the issue house and in USA, investment banks have played the role of professional promoters। इंग्लैंड ਦੇ ਵਿੱਚ issue house है and USA ਦੇ ਵਿੱਚ investment bank है ਜਿਹੜੇ ਕਿ ਇਹ professional promoter ਦਾ role play ਕਰਦੇ ਆ, ਠੀਕ ਆ। ਇੰਡੀਆ ਦੇ ਵਿੱਚ ਜਿਹੜਾ ਲਾਸਟ ਪੁਆਇੰਟ ਹੈ ਦਾ ਬਟ देयर इज़ अ लैक ऑफ सच promoters in इंडिया। इंडिया ਦੇ ਵਿੱਚ ਇੱਦਾਂ ਦੇ ਕੋਈ ਵੀ ਪ੍ਰਮੋਟਰ ਨਹੀਂ ਹੈ। ਨੈਕਸਟ ਆਪਣੇ ਕੋਲ ਹੈ ਫਾਈਨੈਂਸ਼ੀਅਲ ਪ੍ਰਮੋਟਰ। ਫਾਈਨੈਂਸ਼ੀਅਲ ਪ੍ਰਮੋਟਰ ਜਨਰਲੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆਫ ਫਾਈਨੈਂਸ਼ੀਅਰੀਜ਼ ਟੇਕ ਅਪ ਦਿਸ ਵਰਕ ਆਫ ਪ੍ਰਮੋਸ਼ਨ ਆਫ ਅ ਕੰਪਨੀ। ਇਹ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੁੰਦੇ ਨੇ, ਮਤਲਬ ਜਿਹੜੇ ਪੈਸਾ ਦੇਣ ਵਾਲੀਆਂ ਇੰਸਟੀਟਿਊਸ਼ਨ ਆਪਾਂ ਬੈਂਕਸ ਕਹਿ ਸਕਦੇ ਹਾਂ ਜਾਂ ਫਾਈਨੈਂਸ਼ੀਅਲ ਅਦਾਰੇ ਹੁੰਦੇ ਨੇ, ਉਹ ਇੱਦਾਂ ਦਾ ਕੰਮ ਕਰਦੇ ਆ ਐਂਡ ਕੰਪਨੀ ਨੂੰ ਪ੍ਰਮੋਟ ਕਰਨ 'ਚ ਹੈਲਪ ਕਰਦੇ ਆ। ਕੁਝ ਹੁੰਦੇ ਆ ਓਕੇਸ਼ਨਲ ਪ੍ਰਮੋਟਰਸ। These are the promoters who are not in a promotion work on a regular basis but take occasionally the interest in floating some companies। floating ਹੁੰਦਾ ਚਲਾਉਣਾ। ਸੋ ਇਹ ਪ੍ਰੋਫੈਸ਼ਨਲ ਤੌਰ 'ਤੇ ਕੰਪਨੀਆਂ ਚਲਾ ਕੇ ਲੋਕਾਂ ਨੂੰ ਨਹੀਂ ਦਿੰਦੇ, ਬਟ ਕਦੇ ਕਦੇ ਇਹ ਜਿਹੜੇ ਲੋਕ ਨੇ ਜਾਂ ਇਹ ਪਰਸਨਸ ਨੇ ਇੱਦਾਂ ਦਾ ਕੰਮ ਕਰਦੇ ਆ ਵੀ ਕੰਪਨੀ ਸਟਾਰਟ ਕਰਕੇ ਦੂਜਿਆਂ ਨੂੰ ਦੇ ਦਿੰਦੇ ਆ, ਠੀਕ ਆ, ਮਤਲਬ ਰੈਗੂਲਰ ਬੇਸਿਸ 'ਤੇ ਇਹ ਕੰਮ ਨਹੀਂ ਕਰਦੇ। Next is the managing agents as promoters। In India, managing agents played the role of promoters। These persons by floating new companies got their managing agency rights, but managing agency system has been abolished in India। ਇੰਡੀਆ 'ਚ ਇਹ ਪਹਿਲਾਂ ਸਿਸਟਮ ਹੁੰਦਾ ਸੀ, ਹੁਣ ਇਹ ਅਬੋਲਿਸ਼ ਹੁੰਦਾ, ਕਾਨੂੰਨੀ ਤੌਰ 'ਤੇ ਖਤਮ ਕਰਨਾ, ਹੁਣ ਇਹ ਬਿਲਕੁਲ ਖਤਮ ਕੀਤਾ ਹੋਇਆ। ਮਤਲਬ ਕੋਈ ਇੱਦਾਂ ਮੈਨੇਜ ਕਰਨ ਵਾਲੇ ਏਜੰਟ ਵਗੈਰਾ ਨਹੀਂ ਹੁੰਦੇ। ਪਹਿਲਾਂ ਇਹ ਕੀ ਕਰਦੇ ਸੀ, ਕੁਛ ਨਵੀਆਂ ਕੰਪਨੀ ਫਲੋਟ ਕਰਕੇ ਮਤਲਬ ਚਲਾ ਕੇ ਦੂਜੇ ਲੋਕਾਂ ਨੂੰ ਦੇ ਦਿੰਦੇ ਸੀਗੇ। ਅੱਗੇ ਹੈ ਪੋਜੀਸ਼ਨ ਆਫ ਪ੍ਰਮੋਟਰ। ਦ ਪ੍ਰਮੋਟਰ ਇਜ਼ ਨੀਦਰ ਐਨ ਏਜੰਟ ਨੋਰ ਅ ਟਰਸਟੀ ਆਫ ਦ ਕੰਪਨੀ ਬਿਫੋਰ ਇਟਸ ਫਾਰਮੇਸ਼ਨ। ਕੰਪਨੀ ਦੇ ਬਣਨ ਤੋਂ ਪਹਿਲਾਂ ਨਾ ਤਾਂ ਪ੍ਰਮੋਟਰ ਕੋਈ ਏਜੰਟ ਹੁੰਦਾ ਵਾ, ਨਾ ਹੀ ਇਹ ਕੋਈ ਟਰਸਟੀ ਹੁੰਦਾ ਵਾ, ਬਟ ਹੀ ਸਟੈਂਡਸ ਇਨ ਅ ਫਿਡਿਊਸ਼ਰੀ ਪੋਜੀਸ਼ਨ ਟੂਵਰਡਸ ਦ ਕੰਪਨੀ। ਫਿਡਿਊਸ਼ਰੀ ਪੋਜੀਸ਼ਨ ਹੁੰਦੀ ਹੈ ਫੇਥ, ਜਿਹੜੀ ਭਰੋਸੇ ਦੇ ਉੱਪਰ ਪੋਜੀਸ਼ਨ ਹੋਵੇ, ਮਤਲਬ ਇਹਦੀ ਕੰਪਨੀ ਦੇ ਪ੍ਰਤੀ ਇੱਕ ਭਰੋਸੇ ਦੀ ਪੋਜੀਸ਼ਨ ਹੁੰਦੀ ਆ। ਹੀ ਕ੍ਰੀਏਟਸ ਅ ਕੰਪਨੀ ਅੰਡਰ ਹੀ ਸੁਪਰਵਿਜ਼ਨ। ਆਪਦੀ ਸੁਪਰਵਿਜ਼ਨ ਦੇ ਅੰਡਰ ਉਹ ਕੰਪਨੀ ਨੂੰ ਬਣਾਉਂਦਾ। ਹੀ ਅੰਡਰਟੇਕਸ ਦਾ ਫੋਲੋਇੰਗ ਲਾਇਬਿਲਿਟੀਜ਼ ਇਨ ਆਰਡਰ ਟੂ ਮੇਨਟੇਨ ਦਾ ਫਿਡਿਊਸ਼ਰੀ ਰਿਲੇਸ਼ਨਸ਼ਿਪ। ਸੋ ਆਪਦਾ ਭਰੋਸਾ ਕਾਇਮ ਰੱਖਣ ਦੇ ਲਈ ਕਿਹੜੇ ਕਿਹੜੇ ਕੰਮ ਕਰਦਾ ਜਾਂ ਕਿਹੜੀਆਂ ਕਿਹੜੀਆਂ ਇਹਦੀਆਂ ਲਾਇਬਿਲਿਟੀਜ਼ ਹੁੰਦੀਆਂ ਨੇ। not to make any secret profit from the company। ਕੰਪਨੀ ਤੋਂ ਕੋਈ ਸੀਕਰੇਟ ਮੁਨਾਫਾ ਨਹੀਂ ਕਮਾਉਣਾ। he is not allowed to sell his personal property to the company at a profit। ਹੁਣ ਮੰਨ ਲਓ ਹੈ ਤਾਂ ਉਹ ਪਰਸਨ ਪ੍ਰਮੋਟਰ, ਕੰਪਨੀ ਨੂੰ ਸ਼ੁਰੂ ਕਰਨ ਵਾਲਾ ਪਰਸਨ ਹੈ, ਬਟ ਇਹ ਨਹੀਂ ਹੈ ਕਿ ਆਪਦੀ ਹੀ ਪਰਸਨਲ ਪ੍ਰੋਪਰਟੀ ਨੂੰ ਉਹ ਵੱਧ ਮਹਿੰਗੀ ਕਹਿ ਕੇ ਕੰਪਨੀ ਨੂੰ ਹੀ ਵੇਚ ਦੇਵੇ, ਠੀਕ ਆ। ਹੀ ਸ਼ੁੱਡ ਵਰਕ ਓਨੈਸਟਲੀ। ਪੂਰੀ ਇਮਾਨਦਾਰੀ ਨਾਲ ਉਹਨੂੰ ਕੰਮ ਕਰਨਾ ਚਾਹੀਦਾ ਹੈ, ਸਿੰਸੀਅਰਲੀ ਕੰਮ ਕਰਨਾ ਚਾਹੀਦਾ ਐਂਡ ਵਿਦ ਕੇਅਰ ਫॉर ਦਾ ਪ੍ਰਮੋਸ਼ਨ ਆਫ ਅ ਕੰਪਨੀ। ਮਤਲਬ ਪੂਰੀ ਕੰਪਨੀ ਦੀ ਪ੍ਰਮੋਸ਼ਨ ਨੂੰ ਧਿਆਨ 'ਚ ਰੱਖ ਕੇ ਕੰਮ ਕਰਨਾ ਚਾਹੀਦਾ। ਹੀ ਮਸਟ ਐਕਸਪਲੇਨ ਹਿਜ਼ ਪਰਸਨਲ ਇੰਟਰਸਟ ਇਨ ਦਾ ਟ੍ਰਾਂਜੈਕਸ਼ਨ ਆਫ ਦਾ ਕੰਪਨੀ ਇਫ ਐਨੀ। ਸੋ ਜੇ ਉਹਨੇ ਲੈਣ ਦੇਣ ਕਰਦੇ ਸਮੇਂ ਕੋਈ ਆਪਦਾ ਮੁਨਾਫਾ ਵਿੱਚੋਂ ਕਮਾਇਆ ਵੀ ਹੈ ਤਾਂ ਉਹਨੂੰ ਉਹ ਚੀਜ਼ ਐਕਸਪਲੇਨ ਕਰਨੀ ਚਾਹੀਦੀ ਹੈ, ਠੀਕ ਹੈ। ਲਾਸਟ ਇਹਦੇ ਵਿੱਚ ਪੁਆਇੰਟ ਹੈ ਰੈਮੂਨਰੇਸ਼ਨ ਆਫ ਪ੍ਰਮੋਟਰਸ। ਮਤਲਬ ਜਿਹੜੇ ਰੈਮੂਨਰੇਸ਼ਨ ਹੁੰਦਾ ਮੁਆਵਜ਼ਾ, ਮਤਲਬ ਪ੍ਰਮੋਟਰ ਆਪਦੇ ਲਈ ਕੀ ਰੱਖਦੇ ਆ ਜਾਂ ਉਹਨਾਂ ਨੂੰ ਰਿਟਰਨ 'ਚ ਕੀ ਮਿਲਦਾ ਜੇ ਉਹ ਕੰਪਨੀ ਨੂੰ ਸ਼ੁਰੂ ਕਰਦੇ ਆ ਤਾਂ। ਪ੍ਰਮੋਟਰਸ ਡੂ ਅ ਲੋਟ ਆਫ ਵਰਕ ਇਨ ਦਾ ਫਾਰਮੇਸ਼ਨ ਆਫ ਅ ਕੰਪਨੀ। ਦੇ ਆਲਸੋ ਬੀਅਰ ਦਾ ਇਨੀਸ਼ੀਅਲ ਰਿਸਕ। ਸੋ ਪ੍ਰਮੋਟਰ ਕਾਫੀ ਜ਼ਿਆਦਾ ਕੰਮ ਕਰਦੇ ਆ ਕਿਸੇ ਵੀ ਕੰਪਨੀ ਨੂੰ ਐਗਜ਼ਿਸਟੈਂਸ ਦੇ ਵਿੱਚ ਲੈ ਕੇ ਆਉਣ ਦੇ ਲਈ। ਤਾਂ ਸਟਾਰਟਿੰਗ ਦੇ ਵਿੱਚ ਜਿਹੜਾ ਮੇਨ ਰਿਸਕ ਹੁੰਦਾ ਬਿਜ਼ਨਸ ਨੂੰ ਖੜਾ ਕਰਨ ਦਾ, ਉਹ ਉਹਨਾਂ 'ਤੇ ਹੁੰਦਾ। ਸੋ ਦੇ ਆਰ ਰੈਮੂਨਰੇਟਡ ਇਨ ਐਨੀ ਆਫ ਦਾ ਫੋਲੋਇੰਗ ਵੇਜ਼ ਫॉर ਦਾ ਸਰਵਿਸਿਜ਼ ਰੈਂਡਰਡ ਇਨ ਦਾ ਪ੍ਰੋਸੈਸ ਆਫ ਪ੍ਰਮੋਸ਼ਨ ਆਫ ਅ ਕੰਪਨੀ। ਹੇਠ ਲਿਖਿਆਂ ਦੇ ਵਿੱਚੋਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਪੈਸਾ ਵਾ ਜਾਂ ਉਹਨਾਂ ਨੂੰ ਜਿਹੜੇ ਆਪਾਂ ਕਹਿ ਦਈਏ ਰੈਮੂਨਰੇਸ਼ਨ ਆ ਉਹ ਦਿੱਤੀ ਜਾ ਸਕਦੀ ਆ। ਪਹਿਲਾ ਤਰੀਕਾ ਕੀ ਹੈ?
ਦੇ ਮੇ ਬੀ ਗਿਵਨ ਅ ਲੰਪ ਸਮ ਪੇਮੈਂਟ ਇਨ ਕੈਸ਼ ਔਰ ਇਨ ਦਾ ਫਾਰਮ ਆਫ ਸ਼ੇਅਰਸ। ਉਹਨਾਂ ਨੂੰ ਜਿਹੜੇ ਪ੍ਰਮੋਟਰਸ ਨੇ ਉਹਨਾਂ ਨੂੰ ਕੰਪਨੀ ਦੇ ਵਿੱਚੋਂ ਇਕੱਠਾ ਪੈਸਾ ਦਿੱਤਾ ਜਾ ਸਕਦਾ ਹੈ ਜਦੋਂ ਕੰਪਨੀ ਐਸਟੈਬਲਿਸ਼ ਹੋ ਜਾਂਦੀ ਹੈ, ਜਾਂ ਆਪਾਂ ਕਹਿੰਦੇ ਉਹਨੂੰ ਬੈਨੀਫਿਟ ਹੋਣੇ ਸ਼ੁਰੂ ਹੋ ਜਾਂਦਾ ਕੰਪਨੀ ਨੂੰ, ਜਾਂ ਫਿਰ ਉਹਨੂੰ ਇਕੱਠੇ ਸ਼ੇਅਰ ਕੁਛ ਹਿੱਸੇਦਾਰੀ ਦਿੱਤੀ ਜਾ ਸਕਦੀ ਹੈ ਪ੍ਰਮੋਟਰ ਨੂੰ ਜਿਹਨੇ ਪਹਿਲਾਂ ਕੰਪਨੀ ਸ਼ੁਰੂ ਕੀਤੀ ਸੀ ਉਹ ਪਰਸਨ। ਦੇ ਮੇ ਬੀ ਅਪੋਇੰਟਡ ਐਜ਼ ਮੈਨੇਜਰ, ਡਾਇਰੈਕਟਰ ਔਰ ਮੈਨੇਜਿੰਗ ਡਾਇਰੈਕਟਰ, ਜਾਂ ਤਾਂ ਪਰ ਉਹ ਪ੍ਰਮੋਟਰ ਨੂੰ ਐਜ਼ ਆ ਮੈਨੇਜਰ ਜਾਂ ਡਾਇਰੈਕਟਰ ਜਾਂ ਮੈਨੇਜਿੰਗ ਡਾਇਰੈਕਟਰ ਵੀ ਬਣਾਇਆ ਜਾ ਸਕਦਾ ਹੈ ਕੰਪਨੀ ਦਾ। ਦੇ ਮੇ ਬੀ ਗਿਵਨ ਕਮਿਸ਼ਨ ਔਨ ਦਾ ਬੇਸਿਸ ਆਫ ਕਾਸਟ ਆਫ ਦਾ ਪ੍ਰੋਜੈਕਟ, ਜਿਵੇਂ ਮੰਨ ਲਓ ਉਹਨੇ ਪੂਰਾ ਪ੍ਰੋਜੈਕਟ ਬਣਾ ਕੇ ਫਿਰ ਉਹਨੂੰ ਕੰਪਨੀ ਨੂੰ ਸ਼ੁਰੂ ਕੀਤਾ ਸੀ ਤਾਂ ਉਹਦੇ ਹਿਸਾਬ ਨਾਲ ਉਹਨੂੰ ਕਮਿਸ਼ਨ ਵੀ ਦਿੱਤਾ ਜਾ ਸਕਦਾ ਹੈ